ਜਦੋਂ ਕੋਈ ਸਾਈਕਲ ਦੀ ਸਵਾਰੀ ਕਰਦਾ ਹੋਵੇ ਤੇ ਉਸ ਦਾ ਸਾਈਕਲ ਹੀ 3 ਲੱਖ ਦਾ ਡੀਜ਼ਲ ਫੂਕ ਜਾਵੇ ਤਾਂ ਹੈਰਾਨੀ ਹੁੰਦੀ ਹੈ। ਇਸੇ ਤਰ੍ਹਾਂ ਦਾ ਹੀ ਇੱਕ ਅੰਕੜਾ ਤੇ ਇਸੇ ਤਰ੍ਹਾਂ ਦੇ ਮੁੱਦਾ ਸਾਹਮਣੇ ਲਿਆਉਣ ਵਾਲੇ ਆਰਟੀਆਈ ਐਕਟਿਵਿਸਟ ਮਾਨਿਕ ਗੋਇਲ, ਅਸੀਂ ਉਹਨਾਂ ਨਾਲ ਗੱਲਬਾਤ ਵੀ ਕੀਤੀ, ਐਕਸਕਲੂਸਿਵ ਗੱਲਬਾਤ ਵੀ ਦੱਸਾਂਗੇ ਉਹਨਾਂ ਨੂੰ ਕਿਉਂ ਲੱਗਿਆ ਕਿ ਇਸ ਮਸਲੇ ਤੇ ਆਰਟੀਆਈ ਪਾਉਣੀ ਚਾਹੀਦੀ ਹੈ। ਤੇ ਡਾਟਾ ਜਦੋਂ ਬਾਹਰ ਆਇਆ ਤੇ ਉਸ ਦੇ ਨਾਲ ਕਈ ਤਰ੍ਹਾਂ ਦੇ ਖੁਲਾਸੇ ਹੋ ਗਏ, ਕਿਉਂਕਿ ਸਭ ਨੂੰ ਯਾਦ ਹੋਵੇਗਾ ਨਾਭਾ ਹਲਕੇ ਤੋਂ ਰਿਜ਼ਰਵ ਸੀਟ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਬਣੇ, ਜਿਵੇਂ 92 ਸੀਟਾਂ ਜਿੱਤੀਆਂ ਉਹਨਾਂ ਦੇ ਵਿੱਚੋਂ ਇੱਕ ਸੀ ਐਮਐਲਏ ਗੁਰਦੇਵ ਸਿੰਘ ਉਰਫ ਦੇਵ ਮਾਨ। ਐਮਐਲਏ ਦੇਵ ਮਾਨ ਆਪਣੀ ਸਾਈਕਲ ਦੀ ਸਵਾਰੀ ਕਰਕੇ ਚਰਚਾ 'ਚ ਉਦੋਂ ਹੀ ਆ ਗਏ ਸੀ ਜਦੋਂ ਉਹਨਾਂ ਨੇ ਐਲਾਨ ਕਰ ਦਿੱਤਾ ਸੀ ਬਣਦੇ ਸਾਰ ਹੀ ਆਪਣੇ ਚੁਣਦਿਆਂ ਹੀ ਉਹਨਾਂ ਨੇ ਕਿਹਾ ਕਿ ਮੈਂ 1 ਮਹੀਨੇ ਦੀ 1 ਰੁਪਈਆ ਤਨਖਾਹ ਲਵਾਂਗਾ, ਕਿਉਂਕਿ ਘੱਟੋ ਘੱਟ ਕੁਝ ਨਾ ਕੁਝ ਤਨਖਾਹ ਵਿੱਚੋਂ ਲੈਣੀ ਪਵੇਗੀ, ਇਹ ਨਿਯਮ ਕਹਿੰਦੇ ਨੇ। ਤੇ ਉਹਨਾਂ ਨੇ ਐਲਾਨ ਕਰ ਦਿੱਤਾ। ਐਲਾਨ ਬਦਲਿਆ ਕਿਉਂ ਨਹੀਂ, ਕਾਗਜ਼ਾਂ ਵਿੱਚ ਕਿਉਂ ਨਹੀਂ ਬਦਲਿਆ, ਇੱਕ ਸਵਾਲ ਉਦੋਂ ਉੱਠਿਆ ਜਦੋਂ ਹੁਣ ਇਹ ਆਰਟੀਆਈ ਸਾਹਮਣੇ ਆਈ ਹੈ। ਤਾਂ ਇਸੇ ਤਰ੍ਹਾਂ ਹੀ ਉਹਨਾਂ ਨੇ ਇੱਕ ਕਿਹਾ ਕਿ ਮੈਂ ਕਦੇ ਵੀ ਗੱਡੀ ਨਹੀਂ ਲਵਾਂਗਾ ਸਰਕਾਰੀ, ਨਾ ਗਨਮੈਨ ਲੈਣੇ ਆ, ਸੁਰੱਖਿਆ ਲੈਣੀ ਹੈ। ਮੈਂ ਸਾਈਕਲ ਦੇ ਉੱਤੇ ਹੀ ਆਪਣੇ ਹਲਕੇ ਦੇ ਵਿਕਾਸ ਕਰਾਂਗਾ, ਆਪਣੇ ਹਲਕੇ ਦੇ ਵਿੱਚ ਗੇੜੇ ਲਾਵਾਂਗਾ, ਔਰ ਜਿੱਥੇ ਜਿੱਥੇ ਜ਼ਰੂਰਤ ਪਈ ਹਨੇਰੇ ਸਵੇਰੇ ਮੈਂ ਸਾਈਕਲ ਤੇ ਪਾਇਆ ਜਾਵਾਂਗਾ। ਪਰ ਇਸ ਤਰ੍ਹਾਂ ਕਿਉਂ ਨਹੀਂ ਹੋ ਸਕਿਆ? ਪਿਛਲੇ ਦਿਨਾਂ ਵਿੱਚ ਫਿਰ ਚਰਚਾ ਵਿੱਚ ਆਏ ਨੇ, ਸਾਈਕਲ ਦੇ ਉੱਤੇ ਆਪਣੇ ਹਲਕੇ 'ਚ ਘੁੰਮਦੇ ਨਜ਼ਰ ਆਏ ਐਮਐਲਏ ਦੇਵ ਮਾਨ। ਹਾਲਾਂਕਿ ਇਸ ਮਸਲੇ ਦੇ ਉੱਤੇ ਜਿਹੜਾ ਖੁਲਾਸਾ ਹੋਇਆ ਵਿਸਥਾਰ ਨਾਲ ਦੱਸਾਂਗੇ ਕਿ ਸਾਈਕਲ ਦੇ ਉੱਤੇ ਡੀਜ਼ਲ ਕਿਵੇਂ ਲੱਗ ਗਿਆ, ਔਰ ਉਹਨਾਂ ਨੇ ਜਿਹੜੀ 13 ਮਹੀਨਿਆਂ ਦੀ ਲਗਭਗ ਆਰਟੀਆਈ ਦੇ ਵਿੱਚ ਜਾਣਕਾਰੀ ਸਾਹਮਣੇ ਆਈ ਹੈ, ਤਨਖਾਹ ਜਿਹੜੀ ਲਈ ਉਸ ਦੀ ਰਾਸ਼ੀ ਕਿੰਨੀ ਬਣਦੀ ਹੈ, ਕਿੰਨੇ ਲੱਖ ਰੁਪਏ ਸਰਕਾਰੀ ਖਜ਼ਾਨੇ 'ਚੋਂ ਦੇਵ ਮਾਨ ਦੇ ਖਾਤੇ ਵਿੱਚ ਆਏ ਹੋਣਗੇ। ਆਰਟੀਆਈ ਜਦੋਂ ਬਾਹਰ ਆਈ ਤੇ ਇਸੇ ਹੀ ਆਰਟੀਆਈ ਨੂੰ ਪਾਉਣ ਵਾਲੇ ਆਰਟੀਆਈ ਐਕਟਿਵਿਸਟ ਮਾਨਿਕ ਗੋਇਲ ਇਸ ਮਸਲੇ ਤੇ ਕੀ ਕਹਿ ਰਹੇ ਨੇ, ਕਿਉਂ ਲੱਗਿਆ ਉਹਨਾਂ ਨੂੰ ਆਰਟੀਆਈ ਪਾਉਣੀ ਚਾਹੀਦੀ ਹੈ, ਉਹਨਾਂ ਦੇ ਨਾਲ ਕੀਤੀ ਗੱਲਬਾਤ ਵੀ ਸੁਣੋ। ਮਾਨਿਕ ਗੋਇਲ ਜੀ, ਤੁਸੀਂ ਕਾਫੀ ਚਰਚਾ ਦੇ ਵਿੱਚ ਰਹਿੰਦੇ ਹੋ, ਵਿਰੋਧੀ ਧਿਰ ਦੇ ਵਿੱਚ ਲੀਡਰ ਕੋਈ ਬੋਲੇ ਨਾ ਬੋਲੇ ਪਰ ਤੁਹਾਨੂੰ ਕੋਈ ਮੁੱਦਾ ਹੱਥ ਲੱਗਦਾ ਹੈ ਤੇ ਉਹ ਜ਼ੋਰ ਸ਼ੋਰ ਨਾਲ ਉਠਾਉਂਦੇ ਹੋ। ਇੱਕ ਤਾਜ਼ਾ ਮਸਲਾ ਜਿਹੜਾ ਕੱਢ ਕੇ ਲਿਆਂਦਾ ਤੁਸੀਂ, ਐਮਐਲਏ ਦੇਵ ਮਾਨ ਨਾਭਾ ਹਲਕੇ ਤੋਂ, ਉਹਨਾਂ ਨਾਲ ਸੰਬੰਧਿਤ ਆਰਟੀਆਈ ਪਹਿਲਾਂ ਤਾਂ ਸੁਝਿਆ ਕਿਵੇਂ ਕਿ ਆਰਟੀਆਈ ਪਾਉਣੀ ਜ਼ਰੂਰੀ ਆ? ਦੇਖੋ ਜੀ, ਜਦੋਂ ਜਿਹੜੇ ਵੀ ਸਾਡੇ ਲੀਡਰ ਜਿੱਤੇ ਹੋਏ ਨੇ, ਜਿਹੜੇ ਲੋਕਾਂ ਨੂੰ ਰਿਪਰੈਜ਼ੈਂਟ ਕਰਦੇ ਆ ਵਿਧਾਨ ਸਭਾ ਦੇ ਵਿੱਚ, ਉਹ ਕੰਮ ਕਰਦੇ ਥੋੜ੍ਹੇ ਲੱਗਦੇ ਆ। ਬਟ ਕੁਛ ਲੀਡਰ ਥੋੜੇ ਜਿਹੇ ਡਰਾਮੇਬਾਜ਼ ਹੁੰਦੇ ਨੇ, ਕੁਛ ਲੀਡਰ ਨੂੰ ਏਦਾਂ ਹੁੰਦਾ ਕਿ ਕੰਮ ਅਸੀਂ ਕਰੀਏ ਨਾ, ਮੈਂ ਸਾਈਕਲ ਤੇ ਜਾਣਾ ਜੀ, ਮੈਂ ਮਤਲਬ 1 ਰੁਪਇਆ ਤਨਖਾਹ ਲਵਾਂਗਾ ਜੀ, ਮੈਂ ਗਨਮੈਨ ਨਹੀਂ ਲਵਾਂਗਾ ਜੀ, ਮੈਂ ਕੋਠੀ ਨਹੀਂ ਲਵਾਂਗਾ ਜੀ। ਵੀ ਇਹੋ ਜਿਹੀਆਂ ਗੱਲਾਂ ਕਰਕੇ, ਭਰਮਾਉ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਮਗਰ ਲਾਈ ਰੱਖੋ ਤੇ ਕੰਮ ਕੋਈ ਕਰੋ ਨਾ। ਕੋਈ ਉਹਨਾਂ ਦੀ ਉਪਲਬਧੀ ਸਾਹਮਣੇ ਨਹੀਂ ਆਉਂਦੀ, ਕੋਈ ਵੀ ਉਹਨਾਂ ਨੇ ਕੋਈ ਵਿਧਾਨ ਸਭਾ ਦੇ ਵਿੱਚ ਕੋਈ ਮੁੱਦਾ ਜ਼ੋਰ ਸ਼ੋਰ ਨਾਲ ਚੱਕਿਆ ਹੋਵੇ ਜਾਂ ਕੋਈ ਆਪਣੇ ਹਲਕੇ ਦੇ ਵਿੱਚ ਕੋਈ ਇਹੋ ਜਿਹਾ ਚੰਗਾ ਕੰਮ ਜਾਂ ਕੋਈ ਵੱਡਾ ਕੰਮ ਕਰਾਇਆ ਹੋਵੇ, ਉਹ ਨਹੀਂ ਦਿਖਦਾ ਇਹਨਾਂ ਚੋਂ। ਇੱਕ ਤੇ ਦੂਜਿਆਂ ਨੂੰ ਮਿਲਣ ਦੇ ਵਿੱਚ ਪਹਿਲੇ ਨੰਬਰ ਤੇ, ਜਿੱਦਾਂ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਤੁਹਾਡੇ ਯਾਦ ਹੋਣਾ ਕਿ ਸਿੱਧੂ ਮੂਸੇਵਾਲਾ ਜਿਹਦੇ ਪੇਰੈਂਟਸ ਬਾਰੇ ਤੇ ਸਿੱਧੂ ਮੂਸੇਵਾਲਾ ਬਾਰੇ ਕਾਫੀ ਗਲਤ ਸ਼ਬਦ ਪ੍ਰਯੋਗ ਕੀਤੇ ਹੈ ਨਾ। ਤੇ ਉਸੇ ਮੈਂ ਇਹੀ ਸੋਚ ਰਿਹਾ ਸੀ ਬੈਠਾ ਕਿ ਇੰਨੇ ਵੱਡੇ ਦਾਅਵੇ ਕੀਤੇ ਕਿ ਲੋਕਾਂ ਨੂੰ ਸੱਚ ਤੇ ਪਤਾ ਲੱਗਣਾ ਚਾਹੀਦਾ ਕਿ ਵਾਕਈ ਇਹ ਜਿਹੜੇ ਲੋਕ ਸਾਨੂੰ ਰਿਪਰੈਜ਼ੈਂਟ ਕਰਦੇ ਹੈਗੇ, ਜਿਹੜੇ ਸਾਡੇ ਨੁਮਾਇੰਦੇ ਨੇ ਲੋਕਾਂ ਦੇ, ਇਹ ਸੱਚ ਬੋਲਦੇ ਆ। ਕਿਤੇ ਇਹ ਤਾਂ ਨਹੀਂ ਹੁੰਦਾ ਕਿ ਇੱਕ ਵਾਰ ਕੈਮਰੇ ਮੂਹਰੇ ਗੱਲ ਕਹਿਤੀ, ਵਾਹੋ ਵਾਹੀ ਹੋ ਗਈ ਤੇ ਉਸ ਤੋਂ ਬਾਅਦ ਮਤਲਬ ਆਈ ਗਈ ਹੋਊਗੀ ਗੱਲ, ਹਨਾ। ਕਿਉਂਕਿ ਕੈਮਰੇ ਮੂਹਰੇ ਜਦੋਂ ਇਹੋ ਜਿਹੀ ਗੱਲ ਕੋਈ ਕਰਦਾ ਕਿ ਮੈਂ ਸਾਈਕਲ ਤੇ ਜਾਇਆ ਕਰੂੰਗਾ ਵਿਧਾਨ ਸਭਾ ਸਾਈਕਲ ਤੇ, ਕੱਲ ਪਰਸੋਂ ਵੀ ਸਾਈਕਲ ਚੱਕੀ ਫਿਰਦੇ ਸੀ ਹਨਾ, ਤੇ ਉਹ ਤੇ ਚੀਜ਼ਾਂ ਚਰਚਾ ਦਾ ਵਿਸ਼ਾ ਬਣਦੀ ਹੈ। ਜਦੋਂ ਕੋਈ ਕਹਿੰਦਾ ਮੈਂ 1 ਰੁਪਇਆ ਤਨਖਾਹ ਲਊਂਗਾ, ਮੈਂ ਤਾਂ ਜੀ ਸੇਵਾ ਹੀ ਕਰੂੰਗਾ ਨਹੀਂ, ਉਹ ਵੀ ਚੀਜ਼ਾਂ ਚਰਚਾ ਦਾ ਵਿਸ਼ਾ ਬਣਦੀਆਂ ਨੇ। ਕਿਤੇ ਉਹ ਚਰਚਾ ਇੱਕ ਵਾਰ ਹੋ ਕੇ ਲੋਕਾਂ ਦੇ ਮਨਾਂ 'ਚ ਬਹਿ ਕੇ ਉਦੋਂ ਬਾਅਦ ਹਟ ਤਾਂ ਨਹੀਂ ਜਾਂਦੀ ਕਿਤੇ। ਤੇ ਇਸੇ ਮਤਲਬ ਇਸੇ ਲੜੀ ਦੇ ਵਿੱਚ ਮੇਰੇ ਮਾਈਂਡ 'ਚ ਆਇਆ ਵੀ ਦੇਖੀਏ ਵੀ ਮਤਲਬ ਜਿਹੜੇ ਸਾਡੇ ਨੁਮਾਇੰਦੇ ਨੇ ਉਹਨਾਂ ਨੇ ਮਤਲਬ ਗੱਲ ਸਹੀ ਕੀਤੀ ਕਿ ਗਲਤ ਕੀਤੀ। ਗੋਇਲ ਸਾਹਿਬ, ਜਿਹੜੇ ਤੁਹਾਨੂੰ ਇਹ ਤੱਥ ਮਿਲੇ ਆ, ਇਹਨਾਂ ਤੱਥਾਂ ਦੇ ਆਧਾਰ ਤੇ ਦੇਖਿਆ ਜਾਵੇ ਤੇ ਲੱਖਾਂ ਦਾ ਖਰਚਾ ਬਣਦਾ, ਤਨਖਾਹ ਵੀ ਵਿੱਚ ਮਿਲਾ ਲਈ ਜਾਵੇ, ਪਰ ਪਿਛਲੇ ਦਿਨਾਂ ਵਿੱਚ 1-2 ਦਿਨ ਦੀ ਗੱਲ ਆ, ਉਹਨਾਂ ਨੇ ਤੇ ਆਪਣੇ ਹਲਕੇ ਦੇ ਜਿਹੜੇ ਸਰਕਾਰੀ ਦਫ਼ਤਰਾਂ 'ਚ ਛਾਪੇ ਵੀ ਮਾਰੇ, ਜਿਹੜਾ ਪੜਚੋਲ ਵੀ ਕੀਤੀ ਕੰਮਾਂ ਦੀ ਕਿ ਕੰਮ ਤੇ ਆਉਂਦੇ ਵੀ ਆ ਕਿ ਨਹੀਂ ਅਧਿਕਾਰੀ, ਉਹ ਤਾਂ ਉਦੋਂ ਵੀ ਸਾਈਕਲ ਤੇ ਨਜ਼ਰ ਆਏ। ਨਹੀਂ ਦੇਖੋ, ਸਾਈਕਲ ਤੇ ਉਹੀ ਮੈਂ ਤੁਹਾਨੂੰ ਦੱਸਦੇ ਹੈਗੇ ਕਿ ਸਾਈਕਲ ਦਾ ਜਿਹੜਾ ਡਰਾਮਾ ਕਰਦੇ ਆ ਉਹ 2 ਦਿਨਾਂ ਦਾ ਦੁਬਾਰਾ ਫਿਰ ਸ਼ੁਰੂ ਹੋ ਗਿਆ ਕਿ ਮੈਂ ਸਾਈਕਲ ਤੇ ਜਾਂਦੇ, ਕਿਤੇ ਬੈਠੇ ਹਵਾ ਭਰੀ ਜਾਂਦੇ ਨੇ, ਕਿਤੇ ਬਾਜ਼ਾਰ 'ਚ। ਤੇ ਪਿਛਲੇ ਸਾਲ ਕਮਾ ਤੁਹਾਨੂੰ ਦੇਖਿਆ ਹੋਣਾ ਵੀ ਪਿੱਛੇ ਸਾਲ ਟੱਪ ਗਿਆ ਵਿੱਚ ਦੀ, ਇੱਕ ਵਿਧਾਨ ਸਭਾ ਸ਼ੁਰੂ ਹੋਣ ਵੇਲੇ ਤੇ ਇੱਕ ਆ ਜਿਹੜੇ 2-4 ਦਿਨ ਪਹਿਲਾਂ ਦੀ ਗੱਲ ਹੈ, ਇਹਦੇ ਵਿੱਚ ਕਦੇ ਤੁਹਾਨੂੰ ਸਾਈਕਲ ਤੇ ਨਜ਼ਰ ਨਹੀਂ ਆਏ ਹੋਣ ਜਾਂ ਹੋ ਸਕਦਾ ਕਦੀ ਵਾਰ ਆਏ ਹੋਣ। ਤੇ ਉਸ ਤੋਂ ਵਿੱਚ ਉਹਨਾਂ ਨੇ ਕੀ ਵਰਤੇ? ਗੱਡੀ ਵਰਤੀ ਹੈ, ਸਰਕਾਰੀ ਗੱਡੀ ਵਰਤੀ ਹੈ, ਸਰਕਾਰੀ ਤੇਲ ਵਰਤੇ ਹੈ। ਹੁਣ ਸਾਈਕਲ ਉਹਨਾਂ ਨੇ ਮਤਲਬ ਜਿਹੜਾ ਆਰਟੀਆਈ ਦਾ ਡਾਟਾ ਹੈ ਉਹ ਕਹਿੰਦਾ ਕਿ ਦੇਵ ਮਾਨ ਜੀ ਨੇ 3 ਲੱਖ ਰੁਪਈਆ ਸਿਰਫ ਡੀਜ਼ਲ ਦਾ ਲਿਆ ਜੀ। ਸਿਰਫ ਪਹਿਲਾਂ ਡੀਜ਼ਲ 3 ਲੱਖ ਦਾ ਪਾਇਆ, ਉਹਨੂੰ
ਡੀਜ਼ਲ ਸਾਈਕਲ ਤੇ ਪੈਣੀ ਹੈ ਜੀ। ਜਿਹੜਾ ਡਾਟਾ ਉਹ ਕਹਿੰਦੇ ਕਿ ਜਿਹੜੀ ਤਨਖਾਹ ਹੈ, ਭੱਤੇ ਹੈ, ਟੈਲੀਫੋਨ ਵਾਲੇ ਭੱਤੇ ਹੈ ਜਾਂ ਕੋਈ ਦਫ਼ਤਰ ਵਾਲੇ ਭੱਤੇ ਹੈ, ਚਾਹੇ ਉਹ ਪਾਣੀ ਤੇ ਬਿਜਲੀ ਦਾ ਬਿੱਲ ਹੈਗਾ, ਤੇ ਉਹ ਹਰ ਤਰ੍ਹਾਂ ਦੇ ਜਿਹੜੇ ਖਰਚੇ ਆ ਉਹ ਲਗਾਤਾਰ ਲੈਂਦੇ ਰਹੇ ਆ। ਤੁਸੀਂ ਇੱਕ ਹੋਰ ਬੜਾ ਤਿੱਖਾ ਤੰਜ ਕੱਸਿਆ, ਮੈਂ ਤੁਹਾਡੇ ਫੇਸਬੁੱਕ ਵਾਲ ਦੇ ਉੱਤੇ ਪੜ੍ਹ ਰਿਹਾ ਸੀ, ਜਿਸ ਵਿੱਚ ਤੁਸੀਂ ਕਿਹਾ ਕਿ ਉਹ ਆਪਣੇ ਪੀਏ ਨੂੰ ਮੋਬਾਈਲ ਫੜਾ ਕੇ ਇਨੋਵਾ 'ਚੋਂ ਫੋਟੋਆਂ ਖਿਚਵਾਉਂਦੇ ਨੇ ਤੇ ਆਪ ਸਾਈਕਲ ਦੀ ਸਵਾਰੀ ਕਰਦੇ ਆ। ਇਹ ਤਾਂ ਨੈਚੁਰਲ ਗੱਲ ਹੈ ਜੀ। ਬਥੇਰੇ ਉੱਥੇ ਲੋਕਾਂ ਨੇ ਦੱਸਿਆ ਕਿ ਤੁਸੀਂ ਫੋਟੋਆਂ ਦੇਖੋ, ਗੱਡੀ ਦੀ ਬਾਰੀ ਦਿਖਦੀ ਵੀ ਪਈ ਹੈ ਜਿਹੜੀ ਕਿ ਫੋਟੋਆਂ ਖਿੱਚੀਆਂ ਨਹੀਂ ਜੀ। ਹੁਣ ਤੁਸੀਂ ਜਿਹੜੀ ਸਰਕਾਰੀ ਗੱਡੀ ਹੈ ਜਾਂ ਜਿਹੜੀ ਤੁਸੀਂ ਗੱਡੀ 'ਚ ਤੇਲ ਪਵਾਇਆ ਸਰਕਾਰੀ, ਉਹ ਤੁਸੀਂ ਨਾਲ ਲਾ ਕੇ ਨਾਲ ਸਾਈਕਲ ਤੇ ਲੈ ਜਾਓ, ਵੀਡੀਓ ਬਣਾਈ ਜਾਓ ਤੇ ਉਸ ਤੋਂ ਬਾਅਦ ਫੋਟੋਆਂ ਖਿਚਾਈ ਜਾਓ ਤੇ ਉਸ ਤੋਂ ਬਾਅਦ ਮੀਡੀਆ ਨੂੰ ਭੇਜ ਦਿਓ। ਇੱਕ ਟੁੱਕ ਥੋੜੀ ਬਣਦੀ ਹੈ ਜੀ। ਤਾਂ ਗੋਇਲ ਸਾਹਿਬ ਇੱਕ ਸਵਾਲ ਹੋਰ ਹੈ, ਕਿਉਂਕਿ ਅਕਸਰ ਕਿਹਾ ਜਾਂਦਾ, ਕਿਉਂਕਿ ਇਹਨਾਂ ਦੇ ਦੋ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ, ਇੱਕ ਗੱਜਨ ਮਾਜਰਾ ਜਿਨ੍ਹਾਂ ਨੇ ਕਿਹਾ ਕਿ ਮੈਂ 1 ਰੁਪਈਆ ਤਨਖਾਹ ਲੈਣਾ, ਇੱਕ ਇਹਨਾਂ ਨੇ, ਤੁਸੀਂ ਇਹਨਾਂ ਦੀ ਤਾਂ ਪੜਤਾਲ ਕਰ ਲਈ। ਅਕਸਰ ਕਿਹਾ ਜਾਂਦਾ ਕਿ ਜੇ ਹਲਕੇ ਦਾ ਕੰਮ ਕਰਨਾ ਹੈ ਤਾਂ ਉਸੇ ਲਈ ਭੱਤੇ ਤੈਅ ਕੀਤੇ ਜਾਂਦੇ ਨੇ, ਉਸੇ ਲਈ ਤਨਖਾਹ ਦਿੱਤੀ ਜਾਂਦੀ ਹੈ ਕਿ ਜਿਹੜਾ ਵਿਧਾਇਕ ਚੁਣਿਆ ਹੋਇਆ ਉਹ ਰਿਸ਼ਵਤ ਵਾਲੇ ਪਾਸੇ ਨਹੀਂ ਜਾਊਗਾ, ਉਹਨਾਂ ਨੂੰ ਇੰਨੇ ਕੁ ਸੌਖੇ ਕਰ ਦਿਓ ਕੰਮਕਾਜ ਕਰਨ ਦੇ ਲਈ। ਨਹੀਂ, ਜਿਹੜੀ ਦੇਖੋ ਸੰਦੀਪ ਜੀ, ਇਹਦੇ 'ਚ ਇਹ ਹੈ ਵੀ ਜਿਹੜੀ ਤਨਖਾਹ ਲੈਣੀ ਕੋਈ ਗਲਤ ਗੱਲ ਨਹੀਂ ਹੈਗੀ, ਗੱਲ ਨੂੰ ਸਮਝੋ। ਕਿ ਤਨਖਾਹ ਲੈਣੀ, ਭੱਤੇ ਲੈਣੇ, ਗੱਡੀ ਲੈਣੀ, ਤੇਲ ਲੈਣਾ, ਇਹ ਕੋਈ ਗਲਤ ਗੱਲ ਨਹੀਂ ਹੈਗੀ। ਪਰ ਜਦੋਂ ਅਸੀਂ ਇਹਨਾਂ ਗੱਲਾਂ ਨੂੰ ਜਾਣ ਕੇ ਮੁੱਦਾ ਬਣਾਉਣੇ ਕਿ ਮੈਂ ਤਨਖਾਹ ਨਹੀਂ ਦੇਵਾਂਗਾ, ਮੈਂ 1 ਰੁਪਇਆ ਤਨਖਾਹ ਲਵਾਂਗਾ, ਮੈਂ ਗੱਡੀ ਨਹੀਂ ਲਵਾਂਗਾ। ਗੱਡੀਆਂ ਹੁਣ ਲੋਕਾਂ ਦੀ ਸੇਵਾ ਕਰਨ ਵਾਸਤੇ ਹੀ ਆ। ਹੁਣ ਮੈਂ ਨਹੀਂ ਮੰਨਦਾ ਕਿ ਜੇ ਕੋਈ MLA ਨੂੰ ਸਾਈਕਲ ਤੇ ਜਾਣਾ ਚਾਹੀਦਾ, ਉਹ ਸਾਈਕਲ ਤੇ ਉਹਦਾ ਕਿਵੇਂ ਉਹ ਕੰਮ ਕਰ ਪਾਊਗਾ, ਕਿਵੇਂ ਉਹ ਚੰਡੀਗੜ੍ਹ ਜਾਣਾ ਹੁੰਦਾ, ਉਹਨੇ ਦੂਜੇ ਦਿਨ ਲੋਕਾਂ ਦੇ ਕੰਮ ਕਰਾਉਣ, ਉਹਨੇ ਹੋਰ ਪਾਸੇ ਜਾਣਾ ਹੁੰਦਾ, ਉਹਨੂੰ ਚਾਹੀਦੀ ਹੈ ਗੱਡੀ, ਉਹਨੂੰ ਤੇਲ ਵੀ ਚਾਹੀਦਾ। ਹੁਣ ਜਦੋਂ ਤੁਸੀਂ ਇਦਾਂ ਡਰਾਮੇ ਕਰਦੇ ਹੋ ਲੋਕਾਂ ਨੂੰ ਭਰਮਾਉਣ ਦੇ ਮਾਰੇ ਕਿ ਮੈਂ 1 ਰੁਪਇਆ ਲਊਂਗਾ, ਮੈਂ ਗੱਡੀ ਨਹੀਂ ਲਊਂਗਾ, ਮੈਂ ਗਨਮੈਨ ਨਹੀਂ ਲਊਂਗਾ, ਮੈਂ ਸਰਕਾਰੀ ਘਰ ਨਹੀਂ ਲਊਂਗਾ, ਤੇ ਉਹ ਫਿਰ ਚੀਜ਼ਾਂ ਲੋਕਾਂ ਦੇ ਸਾਹਮਣੇ ਆਉਣੀਆਂ ਜ਼ਰੂਰੀ ਹੁੰਦੀਆਂ ਨੇ। ਤਨਖਾਹ ਤੇ ਭੱਤੇ ਗਲਤ ਨਹੀਂ, ਗਲਤ ਇਹ ਹੈ ਵੀ ਤੁਸੀਂ ਡਰਾਮੇ ਕਰਦੇ ਹੋ ਜਿਹੜੇ ਜੀ। ਇੱਕ ਤਾਂ ਇਹ ਤੁਸੀਂ ਮੁੱਦਾ ਭਖਾ ਦਿੱਤਾ। ਮੇਰੇ ਇੱਕ ਆਖਰੀ ਸਵਾਲ, ਜਲੰਧਰ ਲੋਕ ਸਭਾ ਜਿਮਣੀ ਚੋਣ ਨੂੰ ਲੈ ਕੇ ਜਿਹੜੇ ਹੁਣ ਤੱਕ ਰੁਝਾਨ ਆਏ ਉਸ ਦੇ ਵਿੱਚ ਪਲੜਾ ਭਾਰੀ ਆਮ ਆਦਮੀ ਪਾਰਟੀ ਦਾ, ਸੱਤਾ ਧਿਰ ਦਾ। ਤੁਸੀਂ ਸਿਆਸਤ ਵਿੱਚ ਕਾਫੀ ਦਿਲਚਸਪੀ ਰੱਖਦੇ ਹੋ, ਤੁਸੀਂ ਹੁਣ ਤੱਕ ਇਹਨਾਂ ਰੁਝਾਨਾਂ ਦੇ ਨੂੰ ਲੈ ਕੇ ਕੀ ਸਮਝਿਆ ਪਹਿਲੀ ਨਜ਼ਰੇ, ਕਿ ਇਸ ਤਰ੍ਹਾਂ ਦੇ ਰੁਝਾਨ ਕਿਵੇਂ ਬਣੇ, ਕਿਹੜੇ ਆਧਾਰ ਤੇ ਸਮੀਕਰਨ ਬਦਲੇ? ਦੇਖੋ ਜੀ, ਇਹ ਆਮ ਆਦਮੀ ਪਾਰਟੀ ਲਗਭਗ ਜਿੱਤੀ ਗਈ ਹੈ। ਮੈਨੂੰ ਲੱਗਦਾ ਜੀ ਇਸ ਤੋਂ ਬਾਅਦ ਕੋਈ ਹੁਣ ਪਿੱਛੇ ਰੁਝਾਨ ਜਿਹੜੇ ਹੈਗੇ ਉਹ ਕੋਈ ਪਿੱਛੇ ਜਾਣੇ, ਇੰਨੀ ਵੱਡੀ ਲੀਡ ਤੋਂ ਬਾਅਦ ਕੋਈ ਮੁਮਕਿਨ ਨਹੀਂ ਹੁੰਦੇ। ਤੇ ਇਹਦੇ ਚ ਮੇਨ ਜਿਹੜਾ ਮੈਨੂੰ ਲੱਗਦਾ ਰੁਝਾਨ ਉਹ ਫ੍ਰੀ ਬਿਜਲੀ ਵਾਲਾ ਜਿਹੜਾ ਲੋਕਾਂ ਨੂੰ ਕਲਿੱਕ ਕੀਤਾ ਹੈਗਾ, ਜਲੰਧਰ ਦੇ ਲੋਕਾਂ ਨੂੰ। ਤੇ ਹੋਰ ਜਿਹੜੀ ਦੂਜੀ ਵੱਡੀ ਗੱਲ ਹੈਗੀ ਉਹ ਮੈਨੇਜਮੈਂਟ ਹੈਗੀ। ਜਿੰਨਾ ਮੈਂ ਉੱਥੇ ਦੇਖਿਆ, ਨੇੜਿਓਂ ਦੇਖਿਆ, ਮੈਂ ਕੁਝ ਦਿਨ ਪਹਿਲਾਂ ਲਿਖਿਆ ਵੀ ਸੀਗਾ ਕਿ ਜਿਹੜੀ ਕਾਂਗਰਸ ਹੈਗੀ ਉਹਦੇ ਲਈ ਇਹ ਕੋਈ ਕੇਕ ਵਾਕ ਨਹੀਂ ਹੈਗੀ। ਕੇਕ ਵਾਕ ਮਤਲਬ ਇਹ ਕੋਈ ਆਸਾਨ ਨਹੀਂ ਹੈਗਾ। ਕਿ ਜਿੱਦਾਂ ਕਾਂਗਰਸ ਬੜੀ ਮਤਲਬ ਕੌਨਫੀਡੈਂਟ ਹੋਈ ਪਈ ਸੀ ਕਿ ਜਿੱਤਾਂਗੇ, ਤੇ ਉਹ ਇਸੇ ਕਰਕੇ ਸੀ ਕਿਉਂਕਿ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇਗੇ ਜਾਂ ਜਿਹੜੇ ਇਹਨਾਂ ਦੇ MLA ਨੇ, ਉਹਨਾਂ ਦੀ ਸੈਂਟਰਲ ਸਿਸਟਮ ਨਾਲ ਮੈਨੇਜਮੈਂਟ ਕੀਤੀ ਕਿ ਤੁਸੀਂ ਅਕਾਊਂਟੇਬਿਲਿਟੀ ਤੈਅ ਕੀਤੀ, ਤੁਸੀਂ ਇਹ MLA ਨੂੰ ਇੰਨਾ ਏਰੀਆ, ਉਸੇ ਉੱਤੇ ਕਾਂਗਰਸ ਹੋਰ ਪਾਰਟੀਆਂ ਦੀ ਉਹ ਮੈਨੇਜਮੈਂਟ ਤੇ ਮਿਹਨਤ, ਮੈਨੂੰ ਲੱਗਦਾ ਵੀ ਜਿਹੜੀਆਂ ਓਪੋਜੀਸ਼ਨ ਚ ਪਾਰਟੀਆਂ ਨੇਗੀਆਂ ਉਹਨਾਂ ਨੂੰ ਮਿਹਨਤ ਵੀ ਹੋਰ ਕਰਨ ਦੀ ਲੋੜ ਹੈ। ਉਹਨਾਂ ਨੂੰ ਜਿਹੜਾ ਉਹਦਾ ਸਿਸਟਮ ਹੈ ਉਹ ਵੀ ਚੇਂਜ ਕਰਨ ਦੀ ਲੋੜ ਹੈ। ਪੁਰਾਣੇ ਸਿਸਟਮ ਨਾਲ ਤੁਸੀਂ ਇਲੈਕਸ਼ਨ ਨਹੀਂ ਜਿੱਤ ਸਕਦੇ। ਪਲੱਸ ਉਹਨਾਂ ਨੂੰ ਮੀਡੀਆ ਦੇ ਉੱਤੇ ਜਿਹੜੀ ਆਪਣੀ ਡਿਜੀਟਲ ਕੈਂਪੇਨ ਕਰਨੇ ਉਹ ਤੇ ਵੀ ਮਿਹਨਤ ਕਰਨ ਦੀ ਲੋੜ ਹੈ। ਤੇ ਹੋਰ ਵੀ ਕਾਫੀ ਹੈ। ਤਾਂ ਜਿਹੜਾ ਇੱਕ ਵੱਡਾ ਫੈਕਟਰ ਹੈਗਾ ਕਿ ਜਦੋਂ ਸੱਤਾ ਧਿਰ ਹੁੰਦੀ ਹੈ ਉਦੋਂ ਆਪਾਂ ਅਕਸਰ ਇਹ ਮੰਨਿਆ ਜਾਂਦਾ ਕਿ ਸੱਤਾ ਧਿਰ ਦੇ ਬਹੁਤ ਘੱਟ ਚਾਂਸ ਹੁੰਦੇ ਨੇ ਸੱਤਾ ਧਿਰ ਜਿਹੜੀ ਬਾਈ ਇਲੈਕਸ਼ਨ ਹਾਰੇ, ਕਿਉਂਕਿ ਜਿਹੜੀ ਪਾਵਰ ਦੀ ਕਿਤੇ ਨਾ ਕਿਤੇ ਵਰਤੋਂ ਵੀ ਕੀਤੀ ਜਾਂਦੀ ਹੈ ਇਲੈਕਸ਼ਨ ਦੇ ਵਿੱਚ। ਉਹ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਵੀ ਕੀ ਹੋਇਆ, ਪਰ ਉਹ ਇੱਕ ਛੋਟਾ ਫੈਕਟਰ ਹੈ। ਜਿਹੜੇ ਵੱਡੇ ਫੈਕਟਰ ਤੇ ਇਹ ਹੈ ਕਿ ਜਿਹੜੀ ਆਪੋਜੀਸ਼ਨ ਪਾਰਟੀਆਂ ਨੇ ਉਹਨਾਂ ਦੀ ਮਿਹਨਤ ਬਹੁਤ ਘੱਟ ਕੀਤੀ, ਢਿੱਲੇ ਹੋ ਕੇ ਚੱਲੇ ਕਿ ਅਸੀਂ ਜਿੱਤੇ ਪਏ ਹਾਂ ਕਾਂਗਰਸ ਪਾਰਟੀ, ਤੇ ਉਹ ਬਾਕੀ ਪਾਰਟੀਆਂ ਨੇ ਵੀ ਹੋਰ ਮਿਹਨਤ ਨਹੀਂ ਕੀਤੀ। ਤੇ ਜਿਹੜਾ ਸਭ ਤੋਂ ਵੱਡਾ ਮੁੱਦਾ ਜਿਹੜਾ ਵੱਡੀ ਵੋਟ ਨੂੰ ਆਪਣੇ ਪਾਸੇ ਲਿਜਾਣ ਦੇ ਵਿੱਚ ਕਾਮਯਾਬ ਰਿਹਾ, ਮੈਨੂੰ ਲੱਗਦਾ ਉਹ ਫ੍ਰੀ ਬਿਜਲੀ ਵਾਲਾ ਜਿਹੜਾ ਸਿਸਟਮ ਹੈ ਉਹਨੇ ਕਲਿੱਕ ਕੀਤਾ। ਜੀ, ਸਾਡੇ ਨਾਲ ਜੁੜੇ ਹੋ ਜੀ, ਬਹੁਤ ਸ਼ੁਕਰੀਆ। ਇਸ ਮਸਲੇ ਦੇ ਉੱਤੇ ਨਾਭਾ ਹਲਕੇ ਤੋਂ ਚੁਣੇ ਗਏ ਨੁਮਾਇੰਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਦੇਵ ਮਾਨ ਦੇ ਨਾਲ ਅਸੀਂ ਸੰਪਰਕ ਕਰਨ ਦੀ ਵੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੇ ਫੋਨ ਨਹੀਂ ਚੁੱਕਿਆ। ਹੋ ਸਕਦਾ ਕਿਸੇ ਰੁਝੇਵੇਂ ਦੇ ਵਿੱਚ ਬਿਜ਼ੀ ਹੋਣ, ਇਸ ਕਰਕੇ ਜਦੋਂ ਤੱਕ ਉਹ ਆਪਣਾ ਜੇਕਰ ਬੈਕ ਕਾਲ ਆਉਂਦੀ ਹੈ ਆਪਣਾ ਪੱਖ ਰੱਖਣਾ ਚਾਹਣਗੇ ਤੇ ਅਸੀਂ ਉਹ ਵੀ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ। ਪਰ ਹੁਣ ਗੱਲ ਕਰਦੇ ਹਾਂ RTI ਦੀ।
ਤਾਂ ਇਸ ਗੱਲ ਨੂੰ ਲੈ ਕੇ ਜਿੱਤਣ ਤੋਂ ਬਾਅਦ 1 ਰੁਪਈਆ ਤਨਖਾਹ ਲੈਣ ਤੇ ਕੋਈ ਵੀ ਸਰਕਾਰੀ ਗੱਡੀ ਨਾ ਲੈਣ ਦੀ ਗੱਲ ਕਹਿਣ ਵਾਲੇ ਨਾਭੇ ਦੇ ਐਮਐਲਏ ਦੇਵ ਮਾਨ ਨੇ ਸਾਰੇ ਵਾਅਦੇ ਤੇ ਦਾਅਵੇ ਝੂਠੇ ਨਿਕਲੇ। ਗੱਲ ਮਾਨਿਕ ਗੋਇਲ ਜਦੋਂ ਲਿਖਦੇ ਨੇ ਆਪਣੇ ਫੇਸਬੁੱਕ ਅਕਾਊਂਟ ਦੇ ਉੱਤੇ, ਟਵਿੱਟਰ ਹੈਂਡਲ ਤੋਂ ਟਵੀਟ ਕਰਦੇ ਨੇ, ਤਾਂ ਉਸ ਤੋਂ ਬਾਅਦ ਕਈ ਚਰਚਾਵਾਂ ਹੁੰਦੀਆਂ ਨੇ। ਹਾਲਾਂਕਿ ਵਿਰੋਧੀ ਧਿਰ ਨੇ ਵੀ ਇਸੇ ਟਵੀਟ ਨੂੰ ਵਰਤਿਆ ਔਰ ਕੱਲ੍ਹ ਤੋਂ ਲੈ ਕੇ ਅੱਜ ਤੱਕ ਇਸ ਨੂੰ ਲੈ ਕੇ ਕਾਫੀ ਟਰੋਲ ਕੀਤਾ ਜਾ ਰਿਹਾ ਹੈ ਜਾਂ ਕਾਫੀ ਆਲੋਚਨਾ ਕੀਤੀ ਜਾ ਰਹੀ ਹੈ ਕਿ ਕਹਿਣੀ ਤੇ ਕਰਨੀ ਦੇ ਇੱਕ ਕਿਉਂ ਨਹੀਂ। ਹਾਲਾਂਕਿ ਜਿਹੜੇ ਭੱਤੇ ਤੇ ਤਨਖਾਹ ਰੱਖੀਆਂ ਜਾਂਦੀਆਂ ਨੇ ਇਸੇ ਕਰਕੇ ਰੱਖੀਆਂ ਜਾਂਦੀਆਂ ਨੇ ਕਿ ਵਿਧਾਇਕ ਆਪਣੇ ਹਲਕੇ ਦਾ ਵਿਕਾਸ ਕਰਨ ਲਈ ਇੱਕ ਤੋਂ ਦੂਜੀ ਥਾਂ ਜਾਂਦੇ ਨੇ ਜਾਂ ਵਿਧਾਨ ਸਭਾ ਆਉਂਦੇ ਨੇ, ਕਈ ਤਰ੍ਹਾਂ ਦੇ TADA ਨੇ ਜਿਹੜੇ ਉਹਨਾਂ ਨੂੰ ਦਿੱਤੇ ਜਾਂਦੇ ਨੇ, ਫੋਨ ਦੇ ਖਰਚੇ ਤੱਕ ਦਿੱਤੇ ਜਾਂਦੇ ਨੇ। ਹਾਲਾਂਕਿ ਅੱਜ ਕੱਲ੍ਹ ਹਰੇਕ ਦਾ ਫੋਨ ਦਾ ਖਰਚਾ ਮਹੀਨੇ ਦਾ ਵੱਧ ਤੋਂ ਵੱਧ 500 ਰੁਪਏ ਤੱਕ ਪ੍ਰਤੀ ਮਹੀਨਾ ਹੁੰਦਾ, ਪਰ ਉਹਨਾਂ ਨੂੰ ਹਜ਼ਾਰਾਂ ਦੇ ਹਿਸਾਬ ਨਾਲ ਇਹ ਭੱਤੇ ਦਿੱਤੇ ਜਾਂਦੇ ਨੇ। ਤਾਂ ਇੱਕ RTI ਪਾਈ ਗਈ ਜਿਸ ਦੇ ਵਿੱਚ ਲਿਖਿਆ ਗਿਆ, ਜਿਹੜੀ ਉਸ ਦੀ ਤਾਰੀਖ ਸੀ 1 ਅਪ੍ਰੈਲ 2022 ਤੋਂ 31 ਮਾਰਚ 2023 ਤੱਕ ਤਕਰੀਬਨ 13 ਮਹੀਨੇ ਬਣਦੇ ਨੇ। ਤਾਂ ਉਸ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਸੈਲਰੀ ਪ੍ਰਤੀ ਮਹੀਨਾ 25,000 ਰੁਪਏ, CA ਦਾ ਖਰਚਾ 5,000 ਰੁਪਏ ਪ੍ਰਤੀ ਮਹੀਨਾ, CSPA ਦਾ ਖਰਚਾ 25,000 ਰੁਪਏ ਪ੍ਰਤੀ ਮਹੀਨਾ, ਆਫਿਸ ਅਲਾਊਂਸ ਆ ਜਿਹੜਾ 10,000 ਰੁਪਏ ਪ੍ਰਤੀ ਮਹੀਨਾ ਤੇ ਸਮਚਰੀ ਅਲਾਊਂਸ ਆ ਜਿਹੜਾ 3,000 ਰੁਪਏ ਪ੍ਰਤੀ ਮਹੀਨਾ, ਵਾਟਰ ਐਂਡ ਇਲੈਕਟ੍ਰਿਸਿਟੀ ਅਲਾਊਂਸ ਜਿਹੜਾ ਮਿਲਦਾ, ਭੱਤਾ ਮਿਲਦਾ 1,000 ਰੁਪਏ ਪ੍ਰਤੀ ਮਹੀਨਾ, ਟੈਲੀਫੋਨ ਅਲਾਊਂਸ ਆ ਜਿਹੜਾ 15,000 ਰੁਪਏ ਪ੍ਰਤੀ ਮਹੀਨਾ ਦਿੱਤਾ ਗਿਆ। ਇਸ ਤਰ੍ਹਾਂ ਕੁੱਲ ਤਨਖਾਹ ਬਣਦੀ ਹੈ 84,000 ਰੁਪਏ ਪ੍ਰਤੀ ਮਹੀਨਾ। TADA ਜੇਕਰ ਮਿਲਾ ਲਿਆ ਜਾਵੇ ਤਾਂ ਇਹਨਾਂ ਨੇ ਇਸ ਪੀਰੀਅਡ ਦੇ ਦੌਰਾਨ 55,680 ਰੁਪਏ ਲਏ 1 ਅਪ੍ਰੈਲ 2022 ਤੋਂ 31 ਮਾਰਚ 2023 ਤੱਕ। ਤਾਂ ਇੱਥੋਂ ਇੱਕ ਗੱਲ ਤਾਂ ਜ਼ਾਹਰ ਹੋ ਜਾਂਦੀ ਹੈ ਕਿ ਜਿਹੜੇ 84,000 ਪ੍ਰਤੀ ਮਹੀਨਾ ਤਨਖਾਹ ਤੇ ਕੁੱਲ 55,680 ਰੁਪਏ। ਇਸ ਢੰਗ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਪੈਟਰੋਲ, ਡੀਜ਼ਲ, ਰੇਲ ਤੇ ਹਵਾਈ ਸਫ਼ਰ ਦੇ ਬਿੱਲਾਂ ਪ੍ਰਤੀ ਪੂਰੀ ਜਾਣਕਾਰੀ, ਤੇ ਕੱਲਾ ਡੀਜ਼ਲ ਦਾ ਖਰਚਾ ਇਹਨਾਂ ਨੇ 3 ਲੱਖ ਰੁਪਏ ਕੀਤਾ, ਸਰਕਾਰੀ ਖਜ਼ਾਨੇ ਦੇ ਵਿੱਚੋਂ ਲਿਆ। ਤੇ ਇਸ ਤਰ੍ਹਾਂ ਇਹ ਟੋਟਲ ਦਾ ਖਰਚਾ ਜਿਹੜਾ ਇੱਕ ਤਨਖਾਹ ਜੇ 13 ਮਹੀਨਿਆਂ ਦੀ ਗਿਣੀ ਜਾਵੇ 10,92,000 ਰੁਪਏ ਬਣਦੀ ਹੈ। TADA ਦਾ ਖਰਚਾ 55,680 ਰੁਪਏ ਤੇ ਡੀਜ਼ਲ ਦਾ ਖਰਚਾ 3 ਲੱਖ ਰੁਪਏ। ਇਸ ਢੰਗ ਦੇ ਨਾਲ ਤੁਸੀਂ ਦੇਖ ਲਓ ਕਿ ਰਾਸ਼ੀ ਆ ਜਿਹੜੀ ਉਹ ਤਕਰੀਬਨ 14 ਲੱਖ ਤੋਂ ਪਾਰ ਹੋ ਜਾਂਦੀ ਹੈ, 14.5 ਲੱਖ ਦੇ ਕਰੀਬ। ਤਾਂ ਇਹ ਖਰਚਾ ਦੇਵ ਮਾਨ ਨੇ ਕੀਤਾ। ਇਹ ਖਰਚਾ ਕੋਈ ਗੈਰ ਕਾਨੂੰਨੀ ਨਹੀਂ ਹੈ, ਕਾਨੂੰਨਨ ਤੌਰ ਦੇ ਉੱਤੇ ਹੀ ਲਿਆ ਗਿਆ, ਕਾਗਜ਼ਾਂ ਦੇ ਵਿੱਚ ਹੈ। ਪਰ ਸਵਾਲ ਇਹ ਹੈ ਕਿ ਜਿਹੜਾ ਉਹਨਾਂ ਨੇ ਦਾਅਵਾ ਕੀਤਾ ਸੀ, ਵਾਅਦਾ ਕੀਤਾ ਸੀ ਹਲਕੇ ਦੇ ਲੋਕਾਂ ਨਾਲ, ਪੰਜਾਬ ਦੇ ਲੋਕਾਂ ਨੂੰ ਸੰਬੋਧਨ ਹੋ ਕੇ ਕਿ ਮੈਂ ਮੀਲ ਪੱਥਰ ਸਾਬਤ ਹੋਣਾ, ਸਾਨੂੰ ਕੋਈ ਘਾਟ ਨਹੀਂ ਹੈ। ਤੇ ਪਿਛਲੇ ਦਿਨਾਂ ਦੇ ਵਿੱਚ, ਉਹਨਾਂ ਦਿਨਾਂ ਦੇ ਵਿੱਚ ਜਦੋਂ ਅਸੀਂ ਖੁਦ ਇੰਟਰਵਿਊ ਕੀਤਾ ਸੀ ਉਹਨਾਂ ਦਾ, ਤੇ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਸੀ, ਸਵਾਲ ਵੀ ਕੀਤਾ ਗਿਆ ਕਿ ਜੇਕਰ ਤੁਸੀਂ 1 ਰੁਪਈਆ ਤਨਖਾਹ ਲੈਣੀ ਹੈ, ਸਾਰਾ ਕੁਝ ਨਹੀਂ ਲੈਣਾ, ਤੇ ਘਰ ਕਿੱਥੋਂ ਚੱਲਦਾ ਹੈ, ਵਸੀਲਾ ਕੀ ਆਮਦਨ ਦਾ। ਤੇ ਉਹਨਾਂ ਨੇ ਉਦੋਂ ਔਨ ਰਿਕਾਰਡ ਆ ਸਾਰਾ ਕੁਝ ਉਹ ਬਿਆਨ ਦਿੱਤਾ ਸੀ ਕਿ ਮੇਰੀ ਪਤਨੀ ਤੇ ਮੈਂ ਖੁਦ ਕੈਨੇਡਾ ਦੇ PR ਆ ਤੇ ਸਾਡੇ ਘਰ ਪਹਿਲਾਂ ਵੀ ਚੱਲਦੇ ਸੀ, ਕੋਈ ਨਵੀਂ ਗੱਲ ਨਹੀਂ ਹੈ। ਜੇ ਹੁਣ ਅਸੀਂ ਚੁਣੇ ਗਏ ਹਾਂ ਤਾਂ ਫਿਰ ਵੀ ਅਸੀਂ ਚਲਾ ਲਵਾਂਗੇ। ਪਰ RTI ਦੇ ਵਿੱਚ ਹੋਏ ਖੁਲਾਸੇ ਤੋਂ ਇਹ ਪਤਾ ਲੱਗਦਾ ਹੈ ਕਿ ਉਹਨਾਂ ਨੇ ਸਾਰੀ ਰਾਸ਼ੀ ਲਈ ਹੈ। ਇਹ ਰਿਕਾਰਡ ਸਰਕਾਰੀ ਤੌਰ ਤੇ ਮੁਹੱਈਆ ਕਰਵਾਇਆ ਗਿਆ। ਇਸ ਮਸਲੇ ਦੇ ਉੱਤੇ MLA ਦੇਵ ਮਾਨ ਦੇ ਨਾਲ ਅਸੀਂ ਸੰਪਰਕ ਕੀਤਾ, ਸੰਪਰਕ ਉਹਨਾਂ ਨੇ ਫੋਨ ਨਹੀਂ ਚੁੱਕਿਆ। ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਬੋਲਣਗੇ ਇਸ ਦੇ ਉੱਤੇ ਕੀ ਬਿਆਨ ਦਿੰਦੇ ਨੇ। ਫਿਲਹਾਲ ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ। ਤੁਸੀਂ ਕੀ ਸਮਝਦੇ ਹੋ, ਸੋਚਦੇ ਹੋ ਕਿ ਸਿਆਸਤਦਾਨਾਂ ਦੀ ਕਹਿਣੀ ਤੇ ਕਰਨੀ ਦੇ ਵਿੱਚ ਫਰਕ ਇੰਨਾ ਕਿਉਂ ਹੈ? ਤੁਹਾਡੀ ਕੀ ਸਮਝ ਕਹਿੰਦੀ ਹੈ? ਆਪਣੀ ਰਾਏ ਵੀ ਕਮੈਂਟ ਬਾਕਸ ਦੇ ਜ਼ਰੀਏ ਸਾਂਝੀ ਕਰ ਸਕਦੇ ਹੋ। ਫਿਲਹਾਲ ਇਸ ਰਿਪੋਰਟ ਵਿੱਚ ਇੰਨਾ ਹੀ। ਮੈਨੂੰ ਦਿਓ ਆਗਿਆ। ਧੰਨਵਾਦ।